ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸੀਂ ਚਾਰ ਲਾਵਾਂ ਦੇ ਵਿਚਾਰ ਆਪਸ ਵਿੱਚ ਸਾਂਝ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਲਾਮ ਦਾ ਮਤਲਬ ਹੈ ਜੁੜਨਾ, ਗਠਬੰਧਨ, ਸਮੂਹ, ਸੰਗਠਨ ਜਾਂ ਅਧਿਆਤਮਿਕ ਬੋਲੀ ਦੇ ਵਿੱਚ ਯੋਗ ਉਹ ਤਰੀਕਾ ਜਿਸ ਨੂੰ ਅਪਣਾ ਕੇ ਸਿਮਰਨ ਰਾਹੀਂ ਇਸ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ ਜਾਂਦਾ ਹੈ। ਲਾਈਨ ਆਈ ਸੀ ਬਾਣੀ ਬ੍ਰਹਮਾ ਅਵੇਦ, ਉਹਦੇ ਵਿੱਚ ਜ਼ਿਕਰ ਆਇਆ ਬ੍ਰਹਮਾ ਦੇ ਵੇਦਾਂ ਦਾ। ਰਿਗਵੇਦ ਦੇ ਵਿੱਚ ਅਸੀਂ ਦੋ ਮੰਤਰਾਂ ਦਾ ਜ਼ਿਕਰ ਪੜ੍ਹਿਆ ਤੇ ਸਮਝਿਆ। ਉਸ ਦੀ ਤੁਲਨਾਤਮਕ ਸ਼ਬਦਾਂ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਉਸ ਦੇ ਬਰਾਬਰ ਦੇ ਸ਼ਬਦ ਹਨ ਉਹਨਾਂ ਦਾ ਮੈਂ ਜ਼ਿਕਰ ਕੀਤਾ ਸੀ। ਹੁਣ ਇਸ ਤੋਂ ਬਾਅਦ ਜਿਹੜਾ ਅਗਲਾ ਵੇਦ ਹੈ ਯਜੁਰਵੇਦ। ਯਜ ਦਾ ਮੈਨੇ ਹੁੰਦਾ ਯੱਗ ਕਰਨਾ। ਉਸ ਵੇਦ ਦੇ ਵਿੱਚ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਮੰਤਰ ਹਨ। ਕਿਸ ਮੰਤਰ ਦਾ ਜਾਪ ਕਿਸ ਤਰ੍ਹਾਂ ਕਰਨਾ ਹੈ, ਉਸ ਦੀ ਸਮੱਗਰੀ ਕੀ ਹੈ ਔਰ ਉਸ ਦੀ ਹਵਨ ਕਰਨ ਦੀ ਜੋ ਵਿਧੀ ਹੈ ਉਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ। ਇਸ ਵੇਦ ਦੇ ਵਿੱਚ ਇੱਕ ਉਪਵੇਦ ਹੈ ਧਨੁਰਵੇਦ, ਜਿਸ ਦੇ ਵਿੱਚ ਸ਼ਸਤਰ ਵਿੱਦਿਆ ਦਾ ਗਿਆਨ ਹੈ, ਕਿਉਂਕਿ ਉਸ ਸਮੇਂ ਦੇ ਵਿੱਚ ਮੰਤਰ ਦੇ ਨਾਲ ਸ਼ਸਤਰ ਨੂੰ ਅਭਿਮੰਤਰਿਤ ਕਰਕੇ ਚਲਾਇਆ ਜਾਂਦਾ ਸੀ ਔਰ ਇਸੇ ਤਰ੍ਹਾਂ ਦੁਸ਼ਮਣ ਦੇ ਅਭਿਮੰਤਰਿਤ ਕੀਤੇ ਹੋਏ ਸ਼ਸਤਰ ਨੂੰ ਨਿਸ਼ਫਲ ਕੀਤਾ ਜਾਂਦਾ ਸੀ ਜਾਂ ਉਸ ਦੇ ਵਾਰ ਨੂੰ ਰੋਕਿਆ ਜਾਂਦਾ ਸੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਪ੍ਰਕਿਰਿਆ ਦੇ ਅਨੁਸਾਰ ਸਾਡੇ ਕੋਲ ਸ਼ਬਦ ਹੈ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਤੁਕ ਲਗੇ ਨਾ ਕਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਾਖ ਲਿਏ ਤਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇਹ ਧਨੁਰਵੇਦ ਦੇ ਅਭਿਮੰਤਰ ਕੀਤੇ ਹੋਏ ਮੰਤਰਾਂ ਦੇ ਵਾਰ ਦਾ ਤੋੜਾ ਹੈ। ਇਹ ਸਾਡੇ ਚਾਰ ਚੁਫੇਰੇ ਇੱਕ ਰਕਸ਼ਾ ਕਵਚ ਬਣਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਬਦ ਹੈ ਅਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਪਾਤ ਬਚਾਵੈ ਸਤਰ ਅਨੇਕ ਚਲਾਵਤ ਘਾਉ ਤਉ ਤਨ ਏਕ ਨ ਲਾਗਣ ਪਾਵੈ ਰਾਖਤ ਹੈ ਆਪਣੋ ਕਰ ਦੇਕਰ ਪਾਪ ਸਮੂਹ ਨਾ ਭੇਟਣ ਪਾਵੈ ਔਰ ਕੀ ਬਾਤ ਕਹਾਂ ਕਹੂੰ ਤੋਸੇ ਸੁਪੇਚ ਕੇ ਹੀ ਪਟ ਬੀਚ ਬਚਾਵੈ। ਇਸ ਸ਼ਬਦ ਨੂੰ ਨਿਰੰਤਰ ਜਪ ਕਰਨ ਵਾਲਾ ਇੱਕ ਗੁਰਸਿੱਖ ਫੌਜੀ ਸਿਪਾਹੀ ਮੋਰਚੇ ਤੇ ਜੰਗ ਦੇ ਮੈਦਾਨ ਦੇ ਵਿੱਚ ਆਪਣੀ ਵਿਥ ਸੁਣਾਉਂਦਾ ਹੈ ਕਿ ਅਸੀਂ ਮੋਰਚੇ ਤੇ 21 ਜਵਾਨ ਸੀ। ਮੈਂ ਬਚਪਨ ਤੋਂ ਇਸ ਸ਼ਬਦ ਦਾ ਜਾਪ ਕਰਦਾ ਆ ਰਿਹਾ ਸੀ। ਮੇਰੇ ਨਾਲ ਦੇ 20 ਜਿਹੜੇ ਸਨ ਉਹ ਸ਼ਹੀਦ ਹੋ ਗਏ ਫੌਜੀ ਜਵਾਨ, ਪਰ ਮੇਰੇ 'ਤੇ ਕੋਈ ਵਾਰ ਨਹੀਂ ਹੋਇਆ, ਮੇਰੇ 'ਤੇ ਕੋਈ ਗੋਲੀ ਨਹੀਂ ਚੱਲੀ। ਇੱਥੋਂ ਤੱਕ ਕਿ ਮੇਰਾ ਗੋਲੀ ਸਿੱਕਾ ਵੀ ਖਤਮ ਹੋ ਗਿਆ ਤਾਂ ਮੈਂ ਆਪਣੇ ਸਾਥੀਆਂ ਦੇ ਗੋਲੀ ਬਰੂਦ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਔਰ ਅਸੀਂ ਉਸ ਪੋਸਟ ਨੂੰ ਆਪਦੇ ਹੱਥੋਂ ਜਾਣ ਨਹੀਂ ਦਿੱਤਾ। ਇਹ ਇਸ ਸ਼ਬਦ ਦੀ ਤਾਕਤ ਦਾ ਉਸ ਫੌਜੀ ਭਾਈ ਨੇ ਜ਼ਿਕਰ ਕੀਤਾ ਹੈ। ਹੁਣ ਬਾਕੀ ਰਹਿੰਦੇ ਜੋ ਦੋ ਵੇਦ ਹਨ, ਸਾਮਵੇਦ। ਸਾਮ ਦਾ ਮਤਲਬ ਹੁੰਦਾ ਸੰਗੀਤ, ਸੁਣਨਾ, ਸੁਰ, ਸ਼ਬਦ। ਇਸ ਵੇਦ ਦੇ ਵਿੱਚ ਜਿੰਨੇ ਵੀ ਮੰਤਰ ਹਨ ਉਹ ਸਾਰੇ ਮੰਤਰ ਜੋ ਹਨ ਉਹ ਗਾ ਕੇ
ਉਹਨਾਂ ਦੇ ਨਾਲ ਦੇਵਤਿਆਂ ਨੂੰ ਪ੍ਰਸੰਨ ਕੀਤਾ ਜਾਂਦਾ ਹੈ, ਜਾਂ ਆਪੋ ਫਰੀਦੀ ਜਿਸ ਤਰ੍ਹਾਂ ਅਸੀਂ ਬਾਤਚੀਤ ਕਰਦੇ ਹਾਂ ਉਸ ਵਿਧੀ ਦੇ ਨਾਲ ਇਸ ਦੇ ਵਿੱਚ ਜੋ ਹੈ ਉਹ ਸ਼ਬਦਾਂ ਦਾ ਸਮੂਹ ਹੈ। ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਗੁਰਬਾਣੀ ਦੇ ਸ਼ਬਦ ਹਨ, ਸੰਤਾਂ ਮਹਾਂਪੁਰਸ਼ਾਂ ਦੇ, ਗੁਰੂ ਸਾਹਿਬ ਦੇ, ਪੀਰਾਂ ਫਕੀਰਾਂ ਦੇ, ਭੱਟਾਂ ਦੇ, ਉਹ ਸਾਰੇ ਹੀ ਰਾਗਾਂ ਦੇ ਵਿੱਚ, ਰਾਗਾਂ ਦੀ ਬੰਦਿਸ਼ ਦੇ ਵਿੱਚ ਜੋ ਹਨ ਉਹ ਗਾਏ ਜਾਂਦੇ ਹਨ। ਇਸ ਤੋਂ ਅੱਗੇ ਆਉਂਦਾ ਹੈ ਅਰਥ-ਵੇਦ। ਉਸ ਦੇ ਵਿੱਚ ਮੈਥਮੈਟਿਕਸ, ਜਿਹਨੂੰ ਅਸੀਂ ਹਿਸਾਬ ਕਹਿੰਦੇ ਹਾਂ, ਭੂਗੋਲ, ਖਗੋਲ ਔਰ ਵਿਗਿਆਨ ਦੀ ਚਰਚਾ ਉਸ ਦੇ ਵਿੱਚ ਕੀਤੀ ਗਈ ਹੈ। ਲੇਕਿਨ ਉਸ ਦੇ ਵਿੱਚ ਵੀ ਜੋ ਮੰਤਰ ਹਨ ਉਹ ਕਾਫੀ ਸਾਰੇ ਗਾਇਨ ਵਿਦਿਆ ਦੇ ਵਿੱਚ ਹਨ ਜਾਂ ਆਮ ਸਧਾਰਨ ਭਾਸ਼ਾ ਦੇ ਵਿੱਚ ਹਨ। ਉਸ ਦੇ ਵਿੱਚ ਜੋ ਹੁਣ ਸਾਨੂੰ ਸਾਇੰਸ ਦੱਸ ਰਹੀ ਹੈ ਉਹ ਉਹਨਾਂ ਵੇਦਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ, ਲੇਕਿਨ ਉਹਨਾਂ ਦੇ ਬਰਾਬਰ ਜੋ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਪਾਤਾਲਾਂ ਪਾਤਾਲ ਲਖ ਆਗਾਸਾਂ ਆਕਾਸ਼ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ। ਯਾਨੀ ਕਿ ਵੇਦਾਂ ਨੇ ਕਹਿ ਕੇ, ਤਲਾਸ਼ ਕਰਕੇ ਵਾਰੀ ਵਾਰੀ ਉਸ ਪਰਮਾਤਮਾ ਦੇ ਪਤਾਲਾਂ ਦੀ ਸੰਖਿਆ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਯਾਨੀ ਕਿ ਜੋ ਅਰਥ-ਵੇਦ ਦੇ ਵਿੱਚ ਭੂਗੋਲ ਅਤੇ ਖਗੋਲ ਵਿਗਿਆਨ ਹੈ ਉਸ ਦੇ ਅੰਤ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਪਾ ਨਹੀਂ ਸਕੇ। ਇੱਥੇ ਇੱਕ ਕਹਾਣੀ ਬਹੁਤ ਪਹਿਲਾਂ ਸੁਣੀ ਸੀ, ਐਗਜ਼ੈਕਟ ਮੌਕਾ ਔਰ ਪੀਰ ਦਾ ਨਾਮ ਮੈਨੂੰ ਯਾਦ ਨਹੀਂ ਹੈ, ਪਰ ਕਿਉਂਕਿ ਮੰਤਵ ਸਾਡਾ ਇਹ ਹੈ ਕਿ ਅਸੀਂ ਗੁਰਬਾਣੀ ਦੀ ਤੁਲਨਾਤਮਕ ਸ਼ਬਦਾਂ ਦੇ ਵਿੱਚ ਵੇਦਾਂ ਦੇ ਨਾਲ ਤੁਲਨਾ ਕਰ ਰਹੇ ਹਾਂ। ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਪੀਰਾਂ ਦੇ ਨਾਲ ਚਰਚਾ ਕਰ ਰਹੇ ਸੀ ਬਗਦਾਦ ਦੇ ਵਿੱਚ, ਤਾਂ ਉੱਥੇ ਉਹਨਾਂ ਨੇ ਕਿਹਾ ਕਿ ਸਾਡੀ ਕਿਤਾਬ ਦੇ ਵਿੱਚ ਯਾਨੀ ਕੁਰਾਨ ਸ਼ਰੀਫ ਦੇ ਵਿੱਚ 7 ਪਤਾਲਾਂ ਦਾ, 7 ਆਕਾਸ਼ ਇਹਨਾਂ ਦਾ ਜ਼ਿਕਰ ਕੀਤਾ, ਔਰ ਤੁਸੀਂ ਆਪਣੀ ਬਾਣੀ ਦੇ ਵਿੱਚ ਲੱਖਾਂ ਹੀ ਪਤਾਲ ਇਹਨਾਂ ਦਾ ਜ਼ਿਕਰ ਕੀਤਾ। ਕੀ ਤੁਸੀਂ ਇਸ ਨੂੰ ਸਾਬਿਤ ਕਰ ਸਕਦੇ ਹੋ? ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪੀਰ ਜੀ, ਮੈਂ ਜੋ ਕਿਹਾ ਹੈ ਉਹ ਸੱਚ ਹੈ। ਤਾਂ ਉਸ ਪੀਰ ਨੇ ਕਿਹਾ ਕਿ ਆਹ ਮੇਰਾ ਪੁੱਤਰ ਹੈ, ਤੁਸੀਂ ਇਹਨੂੰ ਦਿਖਾ ਸਕਦੇ ਹੋ? ਤਾਂ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਦਾ ਹੱਥ ਫੜਿਆ ਔਰ ਉਸ ਨੂੰ ਆਪਣੀ ਆਂਤਰਿਕ ਸ਼ਕਤੀ ਦੇ ਨਾਲ ਪਾਤਾਲ ਦਰ ਪਾਤਾਲ, ਪਾਤਾਲ ਦਰ ਪਾਤਾਲ, ਉਹ ਉਸ ਬੱਚੇ ਨੂੰ ਲੈ ਕੇ ਗਏ। ਕਾਫੀ ਪਾਤਾਲਾਂ ਦੀ ਯਾਤਰਾ ਕਰਨ ਤੋਂ ਬਾਅਦ ਇੱਕ ਜਗ੍ਹਾ 'ਤੇ ਕਹਿੰਦੇ ਹਨ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੋ ਰਿਹਾ ਸੀ, ਯਾਨੀ ਕਿ ਜਿਸ ਨੂੰ ਉਸ ਵਕਤ ਪੋਥੀ ਕਿਹਾ ਜਾਂਦਾ ਸੀ, ਪੋਥੀ ਪੜ੍ਹ ਰਹੇ ਸੀ। ਤਾਂ ਉੱਥੇ ਜੋ ਪ੍ਰਸ਼ਾਦ ਵੰਡਿਆ ਗਿਆ ਉਸ ਤੋਂ ਬਾਅਦ, ਤਾਂ ਉਹ ਪ੍ਰਸ਼ਾਦ ਜੋ ਗਰਮ ਗਰਮ ਸੀ, ਜੋ ਉਸ ਵੇਲੇ ਮਿਲਿਆ, ਤਾਂ ਉਹ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਨੂੰ ਕਿਹਾ ਵੀ ਇਹ ਪ੍ਰਸ਼ਾਦ ਤੂੰ ਲੈ ਚੱਲ, ਆਪਾਂ ਉੱਥੇ ਜਾ ਕੇ ਇਸ ਨੂੰ ਵੰਡਣਾ ਹੈ। ਉਹ ਬੱਚਾ ਜਦੋਂ ਵਾਪਸ ਆਇਆ ਤਾਂ ਆਪਣੇ ਅੱਬਾ ਹਜ਼ੂਰ ਨੂੰ ਉਸਨੇ ਉਸ ਫਕੀਰ ਸਾਈਂ ਨੂੰ ਉਹ ਪ੍ਰਸ਼ਾਦ ਦਿੱਤਾ, ਤਾਂ ਕਿਹਾ ਕਿ ਅੱਬਾ ਹਜ਼ੂਰ, ਮੈਂ ਗਿਣਤੀ ਨਹੀਂ ਕਰ ਸਕਿਆ ਕਿ ਇੰਨੇ ਹੀ ਅਸੀਂ ਆਕਾਸ਼ ਔਰ ਪਤਾਲਾਂ ਦੇ ਵਿੱਚ ਯਾਤਰਾ ਕੀਤੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਕੁਝ ਹੈ, ਸਾਨੂੰ ਸਮਝਣ ਦੀ ਜ਼ਰੂਰਤ ਹੈ। ਬਾਣੀ ਦੀ ਤਾਕਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਕਿਸੇ ਇੱਕ ਸ਼ਬਦ ਨੂੰ ਬਾਰ-ਬਾਰ ਪੜ੍ਹਦੇ ਹਾਂ, ਤਾਂ ਉਹ ਸ਼ਬਦ ਜੋ ਹੈ ਉਹ ਮੰਤਰ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਔਰ ਕਿਸੇ ਸ਼ਬਦ ਨੂੰ ਮੰਤਰ ਦੇ ਰੂਪ ਦੇ ਵਿੱਚ ਬਾਰ-ਬਾਰ ਪੜ੍ਹਨ ਦੇ ਨਾਲ ਉਹ ਜੋ ਹੈ ਉਹ ਸਿੱਧ ਮੰਤਰ ਬਣ ਜਾਂਦਾ ਹੈ। ਸੰਤਾਂ ਮਹਾਂਪੁਰਸ਼ਾਂ ਦਾ ਇਹ ਕਹਿਣਾ ਹੈ ਕਿ ਜਿਸ ਦੇ ਕੋਲ ਕੋਈ ਇੱਕ ਸਿੱਧ ਮੰਤਰ ਹੈ
ਉਸ ਮੰਤਰ ਦੀ ਤਾਕਤ ਦੇ ਨਾਲ ਹਜ਼ਾਰਾਂ ਕੀ ਲੱਖਾਂ ਹੀ ਜੀਵਾਂ ਦਾ ਉद्धार ਕਰ ਸਕਦਾ ਹੈ। ਜਿਸ ਤਰ੍ਹਾਂ ਕਿਤੇ ਕੋਈ ਮਹਾਂਮਾਰੀ ਫੈਲਦੀ ਹੈ, ਕਿਤੇ ਕੋਈ ਸਮੂਹਿਕ ਬਿਮਾਰੀ ਫੈਲਦੀ ਹੈ, ਔਰ ਅਗਰ ਕਿਸੇ ਮਹਾਂਪੁਰਸ਼ ਦਾ ਸ਼ਬਦ ਸਿੱਧ ਕੀਤਾ ਹੋਇਆ ਹੈ ਤਾਂ ਉਸ ਸਿੱਧ ਕੀਤੇ ਹੋਏ ਸ਼ਬਦ ਦੀ ਤਾਕਤ ਦੇ ਨਾਲ ਉਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਸਾਡੇ ਕੋਲੇ ਗੁਰੂ ਸਾਹਿਬ ਨੇ ਰਾਗਾਂ ਦੇ ਵਿੱਚ ਸ਼ਬਦ ਦਿੱਤੇ ਹਨ, ਔਰ ਜੋ ਵੇਦਾਂ ਦੇ ਵਿੱਚ ਖੁਸ਼ੀਆਂ ਵਾਲੇ ਔਰ ਬੁਰੇ ਵਿਚਾਰਾਂ ਵਾਲੇ ਵੀ ਸ਼ਬਦ ਦਿੱਤੇ ਹਨ, ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸ਼ਬਦ ਐਸਾ ਨਹੀਂ ਹੈ ਜਿਸ ਨੂੰ ਪੜ੍ਹ ਕੇ ਕੋਈ ਕਿਸੇ ਦਾ ਕੋਈ ਬੁਰਾ ਕਰ ਸਕੇ। ਇਹ ਸਾਰੇ ਹੀ ਪਰਮਾਤਮਾ ਦੀ ਉਸਤਤ ਕਰਨ ਵਾਲੇ ਹਨ, ਔਰ ਉਸ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇਹ ਜੋ ਸ਼ਬਦ ਹਨ ਉਹ ਸਾਰੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ। ਸੋ ਵਿਸ਼ਵਾਸ ਕਰਨ ਵਾਲੇ ਨੂੰ ਫਲ ਮਿਲਦਾ ਹੈ, ਔਰ ਇਹ ਕਿਹਾ ਜਾਂਦਾ ਹੈ ਕਿ ਜਿਸ ਵੀ ਭਾਵਨਾ ਵਾਲੇ ਸਾਧਕ ਦੀ ਸ਼ਰਧਾ ਔਰ ਵਿਸ਼ਵਾਸ ਪੱਕਾ ਹੈ ਉਸ ਨੂੰ ਫਲ ਜ਼ਰੂਰ ਮਿਲਦਾ ਹੈ। ਇਸੇ ਤਰ੍ਹਾਂ ਇਹ ਪ੍ਰਸੰਗ ਅੱਗੇ ਚੱਲਦਾ ਰਹੇਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।